नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪੀਐਮ ਨਰਿੰਦਰ ਮੋਦੀ ਨੇ 51,000 ਨੌਜਵਾਨਾਂ ਨੂੰ ਦਿੱਤੀ ਰੋਜ਼ਗਾਰ ਦੀ ਸੌਗਾਤ। ਕਿਹਾ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਨੌਜਵਾਨ। ਦੇਸ਼ ਭਰ ਵਿੱਚ 47 ਥਾਵਾਂ ਤੇ ਲਗਾਏ ਗਏ ਰੋਜ਼ਗਾਰ ਮੇਲੇ। ਕਪੂਰਥਲਾ ਵਿਖੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਸੌਂਪੇ ਨਿਯੁਕਤੀ ਪੱਤਰ। ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਖਿਲਾਫ ਸੀਐਮ ਮਾਨ ਦੀ ਟਿੱਪਣੀ ਮਗਰੋਂ ਭਾਜਪਾ ਦਾ ਸੂਬੇ ਭਰ ਵਿੱਚ ਪ੍ਰਦਰਸ਼ਨ। ਅੰਮ੍ਰਿਤਸਰ, ਪਠਾਨਕੋਟ ਅਤੇ ਮਲੇਰਕੋਟਲਾ ਸਣੀ ਵੱਖ-ਵੱਖ ਥਾਈਂ ਕੀਤੇ ਗਏ ਰੋਸ ਮੁਜ਼ਾਹਰੇ। ਭਾਜਪਾ ਵਰਕਰਾਂ ਨੇ ਸਾੜੇ ਮੁੱਖ ਮੰਤਰੀ ਦੇ ਪੁਤਲੇ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਉਲਟੀਆਂ ਤੇ ਦਸਤ ਰੋਗ ਤੋਂ ਪ੍ਰਭਾਵਿਤ ਪਿੰਡ ਅਲੀਪੁਰ ਅਰਾਈਆਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ। ਪਿੰਡ ਵਿੱਚ ਸਥਿਤੀ ਫਿਲਹਾਲ ਕਾਬੂ ਹੇਠ। ਰੋਗ ਤੋਂ ਪ੍ਰਭਾਵਿਤ 138 ਕੇਸ ਆਏ ਸਨ ਸਾਹਮਣੇ। ਪੰਜਾਬ ਪੁਲਿਸ ਦੇ ਡੀਆਈਜੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ। ਨਾਨਕ ਸਿੰਘ ਬਣੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ। ਕੁਲਦੀਪ ਸਿੰਘ ਚਾਲ ਦੀ ਡੀਆਈਜੀ ਪਟਿਆਲਾ ਰੇਂਜ ਵੱਲੋਂ ਤੈਨਾਤੀ। ਸਤਿੰਦਰ ਸਿੰਘ ਨੂੰ ਲਗਾਇਆ ਡੀਆਈਜੀ ਲੁਧਿਆਣਾ ਰੇਂਜ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਜ਼ਗਾਰ ਮੇਲੇ ਤਹਿਤ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਵਰਚੁਅਲ ਮਾਧਿਅਮ ਰਾਹੀਂ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਰੋਜ਼ਗਾਰ ਮੇਲੇ ਨੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਨੌਜਵਾਨਾਂ ਦੇ ਸਸ਼ਕਤੀਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਪ੍ਰਤੀਬਿੰਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੇ ਭਾਰਤ ਦੀਆਂ ਦੋ ਤਾਕਤਾਂ ਨੂੰ ਬਾਖੂਬੀ ਪਛਾਣਿਆ ਹੈ, ਜਿਨ੍ਹਾਂ ਵਿੱਚੋਂ ਇੱਕ ਸਾਡੀ ਆਬਾਦੀ ਅਤੇ ਦੂਜਾ ਸਾਡਾ ਲੋਕਤੰਤਰ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਟਾਰਟਅਪਸ ਤੇ ਵੱਧ ਫੁੱਲ ਰਹੇ ਈਕੋਸਿਸਟਮ, ਨਵੀਨਤਾ ਤੇ ਖੋਜ ਨੂੰ ਵਿਕਾਸ ਲਈ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਦਕਾ ਦੇਸ਼ ਦੀ ਨੌਜਵਾਨਾਂ ਦੀ ਸਮਰੱਥਾਵਾਂ ਵਿੱਚ ਵਾਧਾ ਹੋਇਆ ਹੈ। देश के लोगों की सेवा का बहुत बड़ा मंच मिला है। मैं आप सभी युवाओं को जीवन के महत्वपूर्ण पड़ाव पर इतनी बड़ी सफलता के लिए बहुत बहुत बधाई देता हूं। आपकी इस नई यात्रा के लिए मेरी तरफ से आपको बहुत बहुत शुभकामनाएं हैं। साथियों, आज दुनिया मान रही है कि भारत के पास दो असीमित शक्तियां हैं। एक डेमोग्राफी, दूसरी डेमोक्रेसी। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਸੈਕਟਰ ਵਿੱਚ ਰੋਜ਼ਗਾਰ ਸਿਰਜਣ ਨੂੰ ਤਰਜੀਹ ਦਿੱਤੀ ਹੈ, ਜਿਸ ਲਈ ਰੋਜ਼ਗਾਰ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ 1 ਲੱਖ ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ, ਜੋ 3.5 ਕਰੋੜ ਦੇ ਕਰੀਬ ਨੌਕਰੀਆਂ ਸਿਰਜਣ ਵਿੱਚ ਸਹਾਈ ਹੋਵੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਦੇ ਜ਼ਰੀਏ 11 ਲੱਖ ਤੋਂ ਵੱਧ ਨੌਕਰੀਆਂ ਸਿਰਜੀਆਂ ਗਈਆਂ ਨੇ। ਕੌਮਾਂਤਰੀ ਕਿਰਤ ਸੰਗਠਨ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ 90 ਕਰੋੜ ਤੋਂ ਵੱਧ ਨਾਗਰਿਕ ਲੋਕ ਭਲਾਈ ਯੋਜਨਾਵਾਂ ਦੇ ਘੇਰੇ ਹੇਠ ਆਉਂਦੇ ਨੇ। मैन्युफैक्चरिंग में भी भारत नए रिकॉर्ड्स बना रहा है। हमारा डिफेंस प्रोडक्शन 1.25 लाख करोड़ रुपए से ऊपर पहुंच चुका है। भारत ने एक और बड़ी उपलब्धि लोकोमोटिव सेक्टर में हासिल की है। पुराने जमाने में जिसको रेल का इंजन कहा करते थे हम लोग। भारत दुनिया में सबसे ज्यादा लोकोमोटिव बनाने वाला देश बन गया है। दुनिया में सबसे ज्यादा लोकोमोटिव हो, रेल कोच हो, मेट्रो कोच हो, आज भारत इनका बड़ी संख्या में दुनिया के कई देशों में
एक्सपोर्ट कर रहा है। हमारा ऑटोमोबाइल सेक्टर भी अभूतपूर्व ग्रोथ कर रहा है। रोजगार मेले का आयोजन समुचे देश में 47 ਥਾਵਾਂ ਤੇ ਕੀਤਾ ਗਿਆ ਹੈ। ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਵਿਖੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ 69 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਅਤੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਵਰਚੁਅਲ ਭਾਸ਼ਣ ਨੂੰ ਵੀ ਸੁਣਿਆ। ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨਪਾਲ ਗੁਰਜਰ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। उन्होंने नौकरी हासिल करने वाले नौजवानों को 2047 तक भारत को विकसित राष्ट्र बनाने लिए वध चढ़ के योगदान पाने का सदा दिता। उन्होंने कहा कि देश की युवा शक्ति भारत की किस्मत को बदलने की समर्था रखती है। उन्होंने नौकरी हासिल करने वाले नौजवानों और उन्होंने मापियां को बधाई भी दी। आदरणीय प्रधानमंत्री श्री नरेंद्र मोदी जी ने हमेशा से ही रोजगार सृजन, नवाचार और टेक्नोलॉजी का लाभ उठाने तथा अर्थव्यवस्था के विभिन्न क्षेत्रों में नागरिकों को मूल लक्ष्य मानने पर जोर दिया है। साथियों, हमारे यशस्वी प्रधानमंत्री श्री नरेंद्र मोदी जी के कदमों से देश भर में रोजगार मेलों के माध्यम से अब तक 10 लाख से अधिक भर्ती पत्र वितरित किए जा चुके हैं। आज फिर से 12/7/2025 को रोजगार मेले का आयोजन देश के 47 स्थानों पर होगा। रोजगार मेले दौरान नियुक्ति पत्र हासिल करने वाले नौजवान और उन्होंने मापे बेहद खुश दिखाई दिते। सरकार वालों रोजगार के दिते गए मौकों की शलाघा करदे उन्होंने कहा कि प्रधानमंत्री वालों भाषण दौरान दित्तियां गई नसीहतां जिंदगी नूं बदलण विच मददगार साबित होणगियां। शुक्रिया अदा करना चाहूँगी केंद्र सरकार का कि उन्होंने हमें नियुक्ति पत्र प्रदान किए और जितना जो भी हमारा कार्य है उसको निष्ठा से और ईमानदारी से करने की कोशिश करेंगे। अच्छा फील हो रहा है कि मैं पंजाब नेशनल बैंक में एज अ CSA ज्वाइन हुआ हूँ एंड मैं सेंट्रल गवर्नमेंट का बहुत बहुत थैंक्स करता हूँ कि उन्होंने मेरे को अपॉर्चुनिटी दी जिससे मैं आज यहाँ पे मौजूद हूँ कपूरथला पंजाब में। हरियाणा से बिलोंग करता हूँ। आई वांट टू से थैंक्स टू सेंट्रल गवर्नमेंट ऑल्सो PNB जिन्होंने हमें आज अपॉइंटमेंट लेटर दिया है हाथ में एंड इतने स्ट्रगल के बाद जॉब दी है। आई वांट टू से थैंक्स अगेन टू ऑल जिनका भी पार्टिसिपेशन है हमें एम्प्लॉयमेंट देने में। थैंक यू। रोजगार मेले तहत पटियाला की रेलवे लोकोमोटिव वर्क्स विखे समागम करवाया गया जिस में 216 नौजवानों को नियुक्ति पत्र सौंपे गए। पटियाला लोकोमोटिव वर्क्स के मुख्य प्रशासकीय अधिकारी राजेश मोहन ने नियुक्ति पत्र तकसीम किए। नियुक्ति पत्र हासिल करने वालों में वो नौजवान शामिल सन जिन्होंने रेलवे, डाक विभाग, उच्च सिक्ख्या विभाग, जल स्रोत विभाग आदि महकमों में नौकरी मिली है। इस दौरान सारिਆਂ ने प्रधानमंत्री नरेंद्र मोदी वालों दिता गया भाषण भी सुनिया। इस मौके रोजगार हासिल करने वाले नौजवानों ने प्रधानमंत्री नरेंद्र मोदी का उचेचे तौर पर धन्यवाद प्रगट किया ते केंद्र सरकार वालों शुरू किए गए रोजगार मेलियां की लड़ी की शलाघा की। आज यहाँ पर हमारे यहाँ रोजगार मेले का जो है वो आयोजन किया गया। ये 47 जगह जो है वो रोजगार मेला किया गया था और इसमें करीब 51,000 से ज़्यादा लोगों को दिए गए। इसमें हम लोगों ने PLW में 216 लोगों को जो PLW और PGI चंडीगढ़ या आसपास के जो भी संस्थान थे जिन्होंने अपॉइंटमेंट दिया गया है तो 216 लोगों का यहाँ पर जो है वो आयोजन किया गया, उनके प्राप्त दिए गए हैं। राजेश मोहन ने पत्रकारों नाल गलबात करदियां रोजगार मेले की रूपरेखा बारे दस्सिया। भारत के चीफ जस्टिस BR गवई ने देश विच कानूनी सुधारां की लोड़ ते जोर दिता है। एक समागम को संबोधन करदियां उन्होंने कहा कि भारतीय कानून प्रणाली को कई तरह दी चुनौतियों का सामना करना पै रहा है जिन्होंने तुरंत हल करने की लोड़ है। उन्होंने कहा कि अदालती प्रक्रिया में देरी और समय सिर न्याय ना मिलने की सब तो वड्डी चुनौती है। उन्होंने कहा कि कई बार दहाके तक केस चलने तो बाद जेल में बंद व्यक्ति निर्दोष साबित हो जाता है पर उसके गुआचे समय की भरपाई नहीं हो सकती। उन्होंने कानून के विद्यार्थियों को अजिहियां चुनौतियों को पछाणन और उसके हल लई अपना योगदान पाउण का सੱਦਾ दिता।
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਪੰਜਾਬ ਵਿੱਚ ਵੱਖ-ਵੱਖ ਥਾਈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਸ਼ਬਦ ਵਰਤੇ ਸਨ, ਜਿਸ ਦੇ ਵਿਰੋਧ ਵਿੱਚ ਬੀਜੇਪੀ ਵੱਲੋਂ ਅੱਜ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ ਸੀ। ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਪਠਾਨਕੋਟ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਮਲੇਰਕੋਟਲਾ ਵਿੱਚ ਭਾਜਪਾ ਵਰਕਰਾਂ ਵੱਲੋਂ ਐਸਡੀਐਮ ਦੀ ਰਿਹਾਇਸ਼ ਅੱਗੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਮਲੇਰਕੋਟਲੇ ਤੋਂ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਮੁੱਖ ਮੰਤਰੀ ਵੱਲੋਂ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਦੀ ਨਿੰਦਾ ਕੀਤੀ। ਭਗਵੰਤ ਮਾਨ ਸਾਹਿਬ ਨੇ ਇੱਕ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਾਸਤੇ ਗਲਤ ਜਿਹੜੇ ਲਫ਼ਜ਼ ਵਰਤੇ ਨੇ, ਉਹਦੇ ਰੋਸ ਦੇ ਵਿੱਚ ਅੱਜ ਉਹਨਾਂ ਦਾ ਅਸੀਂ ਇੱਥੇ ਪੁਤਲਾ ਫੂਕਿਆ। ਇੱਕ ਸਿਆਸੀ ਇਹਨਾਂ ਨਾਲ ਆਪਸੀ ਇਖਤਲਾਫਾਤ ਹੋ ਸਕਦੇ ਨੇ ਪਾਰਟੀਆਂ ਨੂੰ, ਪਰ ਜੋ ਵੀ ਇਨਸਾਨ ਜੋ ਸਾਡੇ ਪ੍ਰਧਾਨ ਮੰਤਰੀ ਬਣ ਗਏ ਉਹ ਸਾਰੇ ਮੁਲਕ ਦੇ ਪ੍ਰਧਾਨ ਮੰਤਰੀ ਨੇ। ਇਹਨਾਂ ਨੂੰ ਸੋਚ ਸਮਝ ਕੇ ਗੱਲ ਨੂੰ ਕਹਿਣਾ ਚਾਹੀਦਾ था ਤੇ ਸਾਡੀ ਵੀ ਇਹੀ ਮੰਗ ਹੈ ਕਿ ਉਹ ਇਸ ਲਫ਼ਜ਼ਾਂ ਨੂੰ ਵਾਪਸ ਲੈਣ ਤੇ ਮਾਫੀ ਮੰਗਣ ਜਨਤਾ। ਮਾਨ ਨੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਔਰ ਦੇਸ਼ ਦੇ ਗ੍ਰਹਿ ਮੰਤਰੀ ਮਾਨनीय ਦੇ ਖਿਲਾਫ ਅਮਿਤ ਸ਼ਾਹ ਜੀ ਦੇ ਖਿਲਾਫ ਟਿੱਪਣੀ ਕੀਤੀ ਹੈ, ਗਲਤ ਭੱਦੀ ਟਿੱਪਣੀ, ਉਹਦੇ ਸੰਬੰਧ ਚ ਅੱਜ ਇਹਨਾਂ ਦਾ ਪੁਤਲੇ ਫੂਕੇ ਨੇ। ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡਾ ਜ਼ਿਲ੍ਹਾ ਪੱਧਰ ਤੇ ਮੰਡਲ ਪੱਧਰ ਤੇ ਅੱਜ ਪੁਤਲੇ ਫੂਕੇ ਗਏ ਨੇ। ਉਸੋਂ ਅਸੀਂ ਅੱਜ ਉਰੇ ਮਲੇਰਕੋਟਲਾ ਦੇ ਵਿੱਚ ਵੀ ਅਸੀਂ ਇਹਦਾ ਪੁਤਲਾ ਫੂਕਿਆ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜੀ ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਵੀ ਮੁੱਖ ਮੰਤਰੀ ਖਿਲਾਫ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ ਗਈ। ਪਾਰਟੀ ਵਰਕਰਾਂ ਵੱਲੋਂ ਸੜਕ ਦੇ ਵਿਚਕਾਰ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਸਮੁੱਚੇ ਦੇਸ਼ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਪਾਰਟੀ ਦੇ ਕੋਆਰਡੀਨੇਟਰ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਮੁੱਖ ਮੰਤਰੀ ਜੇ ਉੱਚੇ ਅਹੁਦੇ ਤੇ ਬੈਠ ਕੇ ਕਿਸੇ ਵਿਅਕਤੀ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਅਜਿਹਾ ਕੀਤਾ ਜਾਣਾ ਬਹੁਤ ही मंदभागा है। हमारे यशस्वी और तपस्वी प्रधानमंत्री के ऊपर और हमारे गृह मंत्री के ऊपर प्रोटोकॉल के हिसाब से इसको दूर लाइन में खड़ा होता है मिलने के लिए, लेकिन ऐसी भद्र इसने टिप्पणी की है दोनों के ऊपर, बहुत शर्मनाक है। इसने सारे देश का जो सम्मान है उसको नीचे गिराने की कोशिश की है। इसको चीफ मिनिस्टर बने रहने का कोई हक नहीं है। जो मुख्यमंत्री की मान मर्यादा है उस चेयर पर बैठ के भी ये अपने वही अंदाज जो इसका कार्य हंसा ठट्ठा करना, मजाकिया तौर पर लेना, क्योंकि चाहे कोई भी हो लेकिन प्रधानमंत्री, होम मिनिस्टर, ऐसी कोई जो हमारे माननीय प्रधानमंत्री मोदी जी है उनके ऊपर टिप्पणी करता है, कभी अमित शाह पर करता है, और आप सदन में भी देखे, पार्लियामेंट सदन पर भी ये हर वक्त अपने मजाकिया लहजे में ही सरकार चला। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਲਟੀਆਂ ਤੇ ਦਸਤ ਰੋਗ ਤੋਂ ਪ੍ਰਭਾਵਿਤ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲੀਪੁਰ ਅਰਾਈਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰੀ ਅਮਲੇ ਵੱਲੋਂ ਸਥਿਤੀ ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਲਈ ਕੇਵਲ ਨਗਰ ਨਿਗਮ ਵੱਲੋਂ ਲਿਆਂਦੇ ਗਏ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਤੇ ਮੈਡੀਕਲ ਸਟਾਫ ਨੂੰ ਐਂਬੂਲੈਂਸ ਸਮੇਤ ਅਲੀਪੁਰ ਅਰਾਈਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਅਲੀਪੁਰ ਅਰਾਈਆ ਪਿੰਡ ਵਿੱਚ ਉਲਟੀਆਂ ਤੇ ਦਸਤ ਰੋਗ ਦੇ 138 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 3 ਮਰੀਜ਼ ਹਸਪਤਾਲ ਦਾਖਲ ਕੀਤੇ ਗਏ। ਪਿਛਲੇ 12 ਘੰਟਿਆਂ ਦੌਰਾਨ ਇੱਕ ਹੋਰ ਕੇਸ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ 8 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ। ਲੁਧਿਆਣਾ ਰੇਂਜ ਦੇ ਡੀਆਈਜੀ ਜਗਦਲੇ ਨੀਲਾਂਬਰੀ ਵਿਜੇ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਲਗਾਇਆ ਗਿਆ ਹੈ। ਤਕਨੀਕੀ ਸੇਵਾਵਾਂ ਬਾਰੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਸਤਿੰਦਰ ਸਿੰਘ ਨੂੰ ਲੁਧਿਆਣਾ ਰੇਂਜ ਦਾ ਡੀਆਈਜੀ ਤਾਇਨਾਤ ਕੀਤਾ ਗਿਆ ਹੈ। ਆਈਪੀਐਸ ਅਧਿਕਾਰੀ ਨਾਨਕ ਸਿੰਘ ਨੂੰ ਬਾਰਡਰ ਰੇਂਜ ਅੰਮ੍ਰਿਤਸਰ ਦਾ ਡੀਆਈਜੀ ਬਣਾਇਆ ਗਿਆ ਹੈ। ਗੁਰਮੀਤ ਸਿੰਘ ਚੌਹਾਨ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਡੀਆਈਜੀ ਲਗਾਇਆ ਗਿਆ ਹੈ। ਨਵੀਨ ਸੈਣੀ ਨੂੰ ਡੀਆਈਜੀ ਕ੍ਰਾਈਮ, ਧਰੁਵ ਦਈਆ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਅਤੇ ਡੀ ਸੁਧਾਰ ਵਿਜ਼ੀ ਨੂੰ ਏਆਈਜੀ ਅੰਦਰੂਨੀ ਸੁਰੱਖਿਆ ਤਾਇਨਾਤ ਕੀਤਾ ਗਿਆ ਹੈ। ਗੁਰਦਾਸਪੁਰ ਪੁਲਿਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਇੰਸਪੈਕਟਰ ਇੰਦਰਵੀਰ ਕੌਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਹੈ। ਜ਼ਿਲ੍ਹੇ ਦੇ ਸਾਂਝ ਕੇਂਦਰਾਂ ਦੀ ਇੰਚਾਰਜ ਇੰਸਪੈਕਟਰ ਇੰਦਰਵੀਰ ਕੌਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਸਾਂਝ ਕੇਂਦਰਾਂ ਵਿੱਚ ਤੈਨਾਤ ਮੁਲਾਜ਼ਮਾਂ ਵੱਲੋਂ ਮੁਲਜ਼ਮ ਇੰਸਪੈਕਟਰ ਖਿਲਾਫ ਵਿਭਾਗੀ ਕੰਮਾਂ ਲਈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ, ਜਿਸ ਨੂੰ ਲੈ ਕੇ ਮੁਲਾਜ਼ਮਾਂ ਨੇ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਮੁੱਢਲੇ ਸਬੂਤਾਂ ਨੂੰ ਖੰਗਾਲਣ ਤੋਂ ਬਾਅਦ ਇੰਸਪੈਕਟਰ ਇੰਦਰਵੀਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
IIT ਰੋਪੜ ਵਿਖੇ ਬਿਜ਼ਨਸ ਬਲਾਸਟਰਸ ਐਕਸਪੋ 2025 ਦੇ ਤਹਿਤ ਕਈ ਸਕੂਲੀ ਵਿਦਿਆਰਥੀਆਂ ਨੂੰ ਕਾਰੋਬਾਰੀ ਹੁਨਰਾਂ ਲਈ ਸਨਮਾਨਿਤ ਕੀਤਾ ਗਿਆ। ਇਹਨਾਂ ਵਿਦਿਆਰਥੀ ਟੀਮਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਛੋਟੇ ਉਦਮਾਂ ਦੀ ਪੇਸ਼ਕਾਰੀ ਕੀਤੀ ਗਈ। ਮੋਗਾ ਤੋਂ ਕੁੜੀਆਂ ਦੀ ਟੀਮ ਨੇ ਚਾਕਲੇਟ ਦੇ ਉਤਪਾਦਾਂ, ਪਠਾਨਕੋਟ ਦੀ ਵਿਦਿਆਰਥੀ ਟੀਮ ਵੱਲੋਂ ਇਲੈਕਟ੍ਰਿਕ ਸਾਈਕਲ, ਮਲੇਰਕੋਟਲਾ ਦੇ ਵਿਦਿਆਰਥੀਆਂ ਵੱਲੋਂ A3 ਡਰਾਈਵਿੰਗ ਗੇਮ ਅਤੇ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਮਸਾਲਿਆਂ ਅਤੇ ਉਹਨਾਂ ਦੀ ਪੈਕਿੰਗ ਸੰਬੰਧੀ ਪੇਸ਼ਕਾਰੀ ਦਿੱਤੀ ਗਈ। ਇਸ ਐਕਸਪੋ ਦੀਆਂ ਸਿਖਰਲੀਆਂ 10 ਟੀਮਾਂ ਦੀ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਚੋਣ ਕੀਤੀ ਗਈ। ਇਹਨਾਂ ਕਾਰੋਬਾਰੀ ਉਦਮਾਂ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਵੱਖ-ਵੱਖ ਬਿਜ਼ਨਸ ਨੁਮਾਇੰਦਿਆਂ ਵੱਲੋਂ ਕੁੱਲ 18 ਲੱਖ ਰੁਪਏ ਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਭਾਰਤ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਲੰਡਨ ਦੇ ਲਾਰਡਸ ਮੈਦਾਨ ਵਿੱਚ ਲੜੀ ਦੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਜਾਰੀ ਹੈ। ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿੱਚ 387 ਦੌੜਾਂ ਬਣਾਈਆਂ ਸਨ। ਬੱਲੇਬਾਜ਼ ਜॉय रूट ਨੇ ਸੈਂਕੜਾ ਜੜਦਿਆਂ 104 ਦੌੜਾਂ ਬਣਾਈਆਂ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ ਸੀ, ਜਦਕਿ ਮੁਹੰਮਦ ਸਿਰਾਜ ਅਤੇ ਨਿਤਿਸ਼ ਰੈਡੀ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ ਸੀ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 4 ਖਿਡਾਰੀਆਂ ਦੇ ਨੁਕਸਾਨ ਤੇ 248 ਦੌੜਾਂ ਬਣਾ ਲਈਆਂ ਸਨ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।